ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਹਜੂਰ ਸਾਹਿਬ ਤੋਂ ਜਿਹੜੀ ਸਾਡੀ ਸਿੱਖ ਸੰਗਤ ਵਾਪਸ ਆਈ ਆ ਉਹਨਾਂ ਚੋਂ ਬਹੁਤ ਕੇਸਿਸ ਕੋਵਿਡ-19 ਪੋਜ਼ਿਟਿਵ ਨਿਕਲ ਆਏ ਆ। ਸੋ ਇਹ ਜਿਹੜੀ ਗੱਲ ਆ ਇਹ ਬੜੀ ਗੱਲ ਹੈਰਾਨ ਕਰਨ ਵਾਲੀ ਗੱਲ ਹੋ ਗਈ ਆ। ਉਹ ਕੇਸਿਸ ਪੋਜ਼ਿਟਿਵ ਕਿਵੇਂ ਨਿਕਲ ਆਏ ਆ? ਦੇਖੋ, ਜਦੋਂ ਉਹ ਨਾਂਦੇੜ ਹਜੂਰ ਸਾਹਿਬ ਬੈਠੀ ਸੀ ਸੰਗਤ, ਉਹਨਾਂ ਚੋਂ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਸੀ। ਉੱਥੇ ਹਜੇ ਵੀ ਬਾਬਾ ਬਲਵਿੰਦਰ ਸਿੰਘ ਜੀ ਆ, ਉਹ ਕਹਿੰਦੇ ਇੱਥੇ ਇਹਨਾਂ ਦਾ 2-3 ਵਾਰੀ ਹੈਲਥ ਚੈੱਕਅਪ ਹੋਇਆ। ਹੈਲਥ ਚੈੱਕਅਪ ਜਦੋਂ ਹੋਇਆ ਉਹ ਇਹ ਹੋਇਆ ਵੀ ਇਹ ਦੇਖਿਆ ਜਾਂਦਾ ਵੀ ਕਿਸੇ ਨੂੰ ਬੁਖਾਰ ਤਾਂ ਨਹੀਂ ਆ ਜਾਂ ਕੋਈ ਹੋਰ ਇਹੋ ਜਿਹੇ ਲੱਛਣ ਤਾਂ ਨਹੀਂ ਆ ਜਿਹੜੇ ਕੋਵਿਡ-19 ਜਾਂ ਕਰੋਨਾ ਵਾਇਰਸ ਨਾਲ ਮੇਲ ਖਾਂਦੇ ਹੋਣ। ਤਾਂ ਕਿਸੇ 'ਚ ਵੀ ਇਹੋ ਜਿਹਾ ਕੋਈ ਲੱਛਣ ਦਿਖਾਈ ਨਹੀਂ ਦਿੱਤਾ। ਹੁਣ ਜਦੋਂ ਗੱਲ ਇਹ ਹੈ, ਉੱਥੇ ਸੰਗਤ ਠੀਕ ਠਾਕ ਸੀ, ਉੱਥੇ ਸੇਵਾਦਾਰ ਬੈਠੇ ਆ ਉਹ ਵੀ ਠੀਕ ਠਾਕ ਆ, ਬਾਬਾ ਜੀ ਆਪ ਵੀ ਬੈਠੇ ਆ ਉਹ ਵੀ ਠੀਕ ਠਾਕ ਆ। ਹਜੇ ਤੱਕ ਨਾਂਦੇੜ ਸਿਰਫ 2 ਹੀ ਕੇਸ ਕੋਵਿਡ ਪੋਜ਼ਿਟਿਵ ਜਿਹੜੇ ਕੋਵਿਡ-19 ਪੋਜ਼ਿਟਿਵ ਮਿਲੇ ਆ। ਇੱਕ ਕੋਈ ਮੁਸਲਮਾਨ ਪਰਿਵਾਰ ਦਾ ਤੇ ਇੱਕ ਕੋਈ ਹੋਰ ਬੰਦਾ ਜਿਹੜਾ ਉਹ ਵੀ ਉੱਥੇ ਪੋਜ਼ਿਟਿਵ ਆ। ਸੋ ਇਸ ਕਰਕੇ ਜਿਹੜੀ ਗੱਲ ਆ, ਉੱਥੇ ਸਿਰਫ 2 ਕੇਸ ਪੂਰੇ ਨਾਂਦੇੜ 'ਚ ਪੋਜ਼ਿਟਿਵ ਮਿਲੇ ਆ। ਹੁਣ ਗੱਲ ਇਹ ਦੇਖਣ ਵਾਲੀ ਆ ਵੀ ਇਹਦਾ ਮਤਲਬ ਕੋਈ ਨਾ ਕੋਈ ਅਣਗਹਿਲੀ ਰਾਹ 'ਚ ਜਦੋਂ ਉਹਨਾਂ ਨੂੰ ਲੈ ਕੇ ਆਉਣ ਵੇਲੇ ਹੋਈ ਆ, ਉਸ ਅਣਗਹਿਲੀ ਤੇ ਕੋਈ ਧਿਆਨ ਨਹੀਂ ਦੇ ਰਿਹਾ। ਸਿਰਫ ਗੱਲ ਇਹ ਕੀਤੀ ਜਾ ਰਹੀ ਆ, ਨੈਸ਼ਨਲ ਮੀਡੀਆ ਇਹ ਗੱਲ ਕਰ ਰਿਹਾ, ਮੈਂ ਇਸ ਕਰਕੇ ਰੂਬਰੂ ਹੋਇਆ ਦੈਟ ਸਿੱਖ ਬਣੇ ਮਨੁੱਖੀ ਜਾਂ ਮਾਨਵ ਬੰਬ। ਇਹ ਗੱਲ ਹੁਣ ਤੁਸੀਂ ਆਪ ਦੇਖੋ, ਜੇ ਨੈਸ਼ਨਲ ਚੈਨਲਸ ਤੇ ਜਾਂ ਕਿਸੇ ਮੀਡੀਆ ਪਲੇਟਫਾਰਮ ਦੇ ਜ਼ਰੀਏ ਆਪਾਂ ਇਹੋ ਜੀ ਗੱਲ ਸੁਣਦੇ ਆ ਜਾਂ ਲੋਕਾਂ ਨੂੰ ਇਹ ਗੱਲ ਕਰਦੇ ਆ। ਪਹਿਲਾਂ ਇਹੀ ਗੱਲ ਤਬਲੀਗੀ ਜਮਾਤ ਲਈ ਕੀਤੀ ਗਈ ਤੇ ਉੱਥੇ ਇੱਕ ਖਾਸ ਵਰਗ, ਖਾਸ ਧਰਮ ਨੂੰ ਟਾਰਗੇਟ ਕੀਤਾ ਗਿਆ। ਹੁਣ ਉਹੀ ਗੱਲ ਸਿੱਖਾਂ ਦੇ ਅਗੇਂਸਟ ਕੀਤੀ ਜਾ ਰਹੀ ਆ ਤੇ ਇੱਕ ਖਾਸ ਜਮਾਤ ਨੂੰ ਟਾਰਗੇਟ ਕੀਤਾ ਜਾ ਰਿਹਾ। I feel it's really unfortunate, I feel it's really sad, ਕਿਉਂਕਿ ਮੈਂ ਤੁਹਾਡਾ ਧਿਆਨ ਵਾਪਸ ਫੇਰ ਉਸੇ ਗੱਲ ਤੇ ਲੈ ਕੇ ਜਾਣਾ ਜਿਹੜੀ ਗੱਲ ਮੈਂ ਹਮੇਸ਼ਾ ਕਰਦਾ ਹੁੰਨਾ। ਇਹ ਐਡਮਿਨਿਸਟ੍ਰੇਸ਼ਨ ਫੇਲੀਅਰ ਆ, ਇਹ ਪਾਲਿਸੀ ਮੇਕਿੰਗ ਫੇਲੀਅਰ ਆ। ਜਦੋਂ ਲੋਕਡਾਊਨ ਅਨਾਉਂਸ ਹੋਇਆ ਸੀ ਉਸ ਵੇਲੇ ਗਵਰਨਮੈਂਟ ਨੇ ਲੋਕਡਾਊਨ ਵਿਦਆਊਟ ਐਨੀ ਪਾਲਿਸੀ, ਵਿਦਆਊਟ ਐਨੀ ਪਲੈਨਿੰਗ 4 ਘੰਟਿਆਂ 'ਚ ਲੋਕਡਾਊਨ ਅਨਾਉਂਸ ਕਰਤਾ। ਲੋਕ ਜਿੱਥੇ ਬੈਠੇ ਸੀ ਉੱਥੇ ਫਸ ਗਏ। ਹੁਣ ਜੇ ਫਸ ਗਏ, ਅੱਜ ਕੋਈ ਬੰਦਾ 1.5 ਮਹੀਨੇ ਦਾ ਉੱਥੇ ਬੈਠਾ, ਕੋਈ ਮਹੀਨੇ ਦਾ ਉੱਥੇ ਬੈਠਾ, ਮੰਨ ਲਓ ਆਪਣੇ ਕੋਈ ਆਪਦਾ ਭਰਾ, ਤਾਇਆ, ਚਾਚਾ, ਪਿਓ ਉੱਥੇ ਬੈਠਾ ਹੁੰਦਾ, ਆਪਾਂ ਉਹਨੂੰ ਘਰੇ ਨਹੀਂ ਲੈ ਕੇ ਆਵਾਂਗੇ? ਚਾਹੇ ਰੱਬ ਨਾ ਕਰੇ ਉਹ ਕੋਵਿਡ-19 ਪੋਜ਼ਿਟਿਵ ਹੁੰਦਾ, ਆਪਾਂ ਤਾਂ ਵੀ ਲੈ ਕੇ ਆਵਾਂਗੇ, ਇਲਾਜ ਕਰਾਵਾਂਗੇ, ਆਪਦਾ ਜੋ ਹਿੰਮਤ ਹੋ ਸਕਦੀ ਆ ਉਹ ਕਰਾਂਗੇ। ਤੁਸੀਂ ਤਾਂ ਕਾਰਾਂ ਚੱਕ ਜਾਣ ਨੂੰ ਫਿਰੋ ਵੀ ਅਸੀਂ ਲੈ ਕੇ ਆਉਣੇ ਆ ਜੀ, ਮੇਰਾ ਪਿਓ ਉੱਥੇ ਫਸਿਆ ਜਾਂ ਮੇਰਾ ਭਰਾ ਉੱਥੇ ਫਸਿਆ, ਮੈਂ ਲੈ ਕੇ ਆਉਣਾ। ਸੋ ਆਪਦੇ ਬੰਦਿਆਂ ਨੂੰ ਘਰੇ ਤਾਂ ਲੈ ਕੇ ਆਉਣਾ ਬਣਦਾ ਹੀ ਹੈ, ਆਪਦੇ ਬੰਦਿਆਂ ਨੂੰ ਘਰੇ ਲਿਆਈਦਾ ਹੀ ਹੁੰਦਾ। ਦੇਸ਼ 'ਚ, ਆਪਣੇ ਦੇਸ਼ 'ਚ ਵੀ ਜਾਂ ਹੋਰ ਬਾਹਰਲੇ ਦੇਸ਼ਾਂ 'ਚ ਵੀ ਜਿੱਥੇ ਜਿਹੜੀ ਕੰਟਰੀ ਦੇ ਸਿਟੀਜ਼ਨਸ ਬੈਠੇ ਹੋਏ ਸੀ, ਉਹਨਾਂ ਨੂੰ ਉੱਥੋਂ ਦੀਆਂ ਸਰਕਾਰਾਂ ਨੇ ਸਪੈਸ਼ਲ ਫਲਾਈਟਸ ਭੇਜ ਕੇ ਵਾਪਸ ਆਪਦੇ ਦੇਸ਼ ਬੁਲਾਇਆ। ਸੋ which is now what is important here, the important which we need to look into and what we need to consider is that it's a policy making failure, it's an administration failure which the government could not actually give us. It's a governance failure because ਜਦੋਂ lockdown announce ਹੋਇਆ ਉਸ ਵੇਲੇ ਵੀ ਗਵਰਨਮੈਂਟ ਦਾ ਹੀ ਇਹ ਜਾਂ ਸਾਡੀ ਐਡਮਿਨਿਸਟ੍ਰੇਸ਼ਨ ਦਾ ਇਹ ਫਰਜ਼ ਬਣਦਾ ਸੀ ਵੀ ਉਸ ਲੋਕਡਾਊਨ ਨੂੰ ਅਨਾਉਂਸ ਕਰਨ ਵੇਲੇ ਸਾਰੀਆਂ ਗੱਲਾਂ ਨੂੰ ਸੋਚਿਆ ਜਾਣਾ ਚਾਹੀਦਾ ਸੀ। ਹਰ ਗੱਲ ਨੂੰ ਕੰਸੀਡਰ ਕਰਕੇ, ਹਰ ਸਿਚੁਏਸ਼ਨ ਨੂੰ ਕੰਸੀਡਰ ਕਰਕੇ ਲੋਕਡਾਊਨ ਅਨਾਉਂਸ ਕਰਨਾ ਚਾਹੀਦਾ ਸੀ, ਤਾਂ ਕਿ ਹੋ ਸਕਦਾ ਆਪਾਂ ਉਹ ਲੋਕਡਾਊਨ ਹੋਰ 1-ਅੱਧਾ ਦਿਨ ਲੇਟ ਕਰ ਦਿੰਦੇ, ਪਰ ਲੋਕ ਆਪਦੇ ਟਿਕਾਣਿਆਂ ਤੇ ਆਪਦੇ ਘਰੋਂ ਘਰੀ ਪਹੁੰਚ ਗਏ ਹੁੰਦੇ। ਬਟ ਇਹ ਕਿਸੇ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਕਿਉਂਕਿ ਇਸ ਗੱਲ ਨੂੰ ਵਿਚਾਰਿਆ ਨਹੀਂ ਗਿਆ ਉਸ ਵੇਲੇ। ਤੇ ਹੁਣ ਆਪਾਂ ਇੱਕ ਦੂਜੇ ਤੇ ਬਲੇਮ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਫਲਾਣੇ ਬੰਦੇ ਨੇ ਆਹ ਕਰਤਾ, ਫਲਾਣੇ ਬੰਦੇ ਨੇ, ਦੇਖੋ ਹੁਣ ਤਬਲੀਗੀ ਜਮਾਤ ਨੇ ਕਰੋਨਾ ਫੈਲਾਤਾ, ਹੁਣ ਸ਼ਰਧਾਲੂਆਂ ਨੇ, ਜਿਹੜੇ ਸਿੱਖ ਸ਼ਰਧਾਲੂ ਆ ਉਹਨਾਂ ਨੇ ਕਰੋਨਾ ਫੈਲਾਤਾ। ਆਈ ਫੀਲ ਇਟਸ ਰੀਲੀ ਸੈਡ। ਲੈਟਸ ਨਾਟ ਟਾਰਗੇਟ ਪੀਪਲ, ਲੈਟਸ ਨਾਟ ਟਾਰਗੇਟ, ਇਟਸ ਅ ਗਵਰਨੈਂਸ ਫੇਲੀਅਰ, ਇਟਸ ਕੰਪਲੀਟ ਐਡਮਿਨਿਸਟ੍ਰੇਸ਼ਨ ਫੇਲੀਅਰ ਜਿਹੜੀ ਕਿ ਸਾਨੂੰ ਅਸੀਂ ਡਿਜ਼ਰਵ ਕਰਦੇ ਹਾਂ, ਸਾਨੂੰ ਚੰਗੀ ਐਡਮਿਨਿਸਟ੍ਰੇਸ਼ਨ ਮਿਲੇ, ਚੰਗੀ ਗਵਰਨੈਂਸ ਮਿਲੇ, ਪਰ ਉਹ ਗੱਲ ਨਹੀਂ ਕੀਤੀ ਗਈ ਕਿਉਂਕਿ ਸਰਕਾਰ
ਤਾਂ ਜਿਹੜੇ ਵਿਲਫੁਲ ਡਿਫਾਲਟਰਸ ਆ ਵੱਡੇ ਵੱਡੇ, ਉਹਨਾਂ ਦੇ ਕਰਜ਼ੇ ਆ ਜਿਹੜੇ, ਉਹਨਾਂ ਨੂੰ ਵੇਵ ਕਰਨ 'ਚ ਲੱਗੀ ਹੋਈ ਆ ਸਰਕਾਰ। ਤਾਂ ਜਿਵੇਂ ਮੈਂ ਕਹਿੰਦਾ ਹੁੰਨਾ, ਧਾਰਮਿਕ ਸਥਾਨਾਂ ਤੇ ਕਨਸੈਂਟਰੇਟ ਕਰਦੀ ਆ ਸਰਦਾਰ, ਵੱਡੀਆਂ ਵੱਡੀਆਂ ਮੂਰਤਾਂ ਤੇ ਕਨਸੈਂਟਰੇਟ ਕਰਦੀ ਆ। ਅਸੀਂ ਜਿਹੜੇ ਸਾਡੇ ਬੰਦੇ ਆਗੂ ਜਿਹੜੇ ਭਾਏ ਹੋਏ ਆ, ਜਿਹੜੇ ਨਿਰਗੁਣ ਤੇ ਅਕ੍ਰਿਤਕਣ, ਜਿਨ੍ਹਾਂ ਲਈ ਮੈਂ ਇੱਕ ਸ਼ਬਦ ਕਈ ਵਾਰੀ ਵਰਤੂੰਗਾ ਕਿਉਂਕਿ ਮੈਨੂੰ ਬੜੀ ਖਿਝ ਆਉਂਦੀ ਹੈ ਇਸ ਗੱਲ ਤੇ, ਜਦੋਂ ਉਹ ਆਪਦੀ ਰਿਸਪੌਂਸਿਬਿਲਿਟੀ ਨਹੀਂ ਸਮਝਦੇ ਤੇ ਆਪਦੀ ਰਿਸਪੌਂਸਿਬਿਲਿਟੀ ਸਿਰਫ ਇੱਥੋਂ ਤੱਕ ਹੀ ਦੇਖਦੇ ਆ ਵੀ ਉਹਨਾਂ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਕਿਵੇਂ ਫਾਇਦਾ ਹੋ ਸਕਦਾ। ਨਹੀਂ, ਇਹ ਫਾਇਦਾ ਜਿਹੜਾ ਜਦੋਂ ਤੁਸੀਂ ਇੱਕ ਕੁਰਸੀ ਤੇ ਬਿਰਾਜਮਾਨ ਹੋ ਜਾਂਦੇ ਹੋ, ਉਸ ਵੇਲੇ ਫਾਇਦੇ ਸਿਰਫ ਤੁਹਾਡੇ ਤੱਕ ਜਾਂ ਤੁਹਾਡੇ ਲੋਕਾਂ ਤੱਕ ਸੀਮਿਤ ਨਹੀਂ ਹੁੰਦੇ। ਉਦੋਂ ਹਰ ਵਰਗ ਦਾ, ਹਰ ਬੰਦੇ ਦਾ, ਹਰ ਇਨਸਾਨ ਦਾ ਭਲਾ ਸੋਚਣਾ ਪੈਂਦਾ। ਸੋ ਇਸੇ ਕਰਕੇ ਸਟੇਟਸਮੈਨ ਪੈਦਾ ਕਰਨੇ ਜ਼ਰੂਰੀ ਹੈ। ਇਸ ਕਰਕੇ ਲੀਡਰਸ, ਪੋਲੀਟੀਕਲ ਲੀਡਰਸ ਨੂੰ ਪੋਲੀਟੀਕਲ ਲੀਡਰਸ ਤੋਂ ਉੱਤੇ ਉੱਠ ਕੇ ਸਟੇਟਸਮੈਨ ਬਣਨਾ ਚਾਹੀਦਾ। ਸੋ ਮੈਂ ਜਿਹੜੀ ਗੱਲ ਤੁਹਾਨੂੰ ਅੱਜ ਇਹ ਕਹਿਣਾ ਚਾਹਣਾ, ਸਰਦਾਰ ਨਿਰਮਲ ਸਿੰਘ ਖਾਲਸਾ ਜੀ ਇਸ ਦੁਨੀਆ ਤੋਂ ਵਿਦਾ ਹੋਏ, ਜਾਂ ਉਸ ਵੇਲੇ ਉਹਨਾਂ ਦੇ ਪਿੰਡ ਦੇ ਬੰਦਿਆਂ ਨੇ ਉਹਨਾਂ ਨੂੰ ਸੰਸਕਾਰ ਕਰਨ ਲਈ ਅਲਾਉ ਨਹੀਂ ਕੀਤਾ। ਸਾਡੇ 'ਚ ਇੰਨੀ ਜ਼ਿਆਦਾ ਇਨਸੈਂਸਿਟਿਵਿਟੀ ਇਸ ਕੋਵਿਡ-19 ਜਾਂ ਇਸ ਬਿਮਾਰੀ ਕਰਕੇ ਆ ਗਈ ਵੀ ਅਸੀਂ ਐਡੇ ਜ਼ਿਆਦਾ ਬੇਰੁਖੇ ਤੇ ਇਨਸੈਂਸਿਟਿਵ ਹੋ ਗਏ। ਹੁਣ ਉਹੀ ਬੇਰੁਖੀ ਤੁਸੀਂ ਫੇਰ ਵਾਰ-ਵਾਰ, ਮੈਨੂੰ ਇੱਕ ਬੰਦੇ ਨੇ ਮੈਸੇਜ ਕੀਤਾ, ਕੋਈ ਬਾਂਸਲ ਆ ਬਠਿੰਡੇ ਤੋਂ, ਬਾਈ ਹੁਣ ਨਹੀਂ ਬੋਲਦਾ, ਦੇਖੋ ਹੁਣ ਤੁਸੀਂ ਆ ਇੰਨੇ ਹਜੂਰ ਸਾਹਿਬ ਵਾਲੇ ਬੰਦੇ ਸਾਰੇ ਕੋਵਿਡ-19 ਪੋਜ਼ਿਟਿਵ ਲਿਆਤੇ, ਇਹਨਾਂ ਨੇ ਸ਼ੁਰੂਆਤ ਸ਼ੁਰੂ ਕਰਤੀ, ਬਠਿੰਡੇ 'ਚ ਤਾਂ ਕੋਈ ਕੇਸ ਨਹੀਂ ਸੀ। ਬਾਈ ਜੀ, ਆਪਦੇ ਬੰਦਿਆਂ ਨੂੰ ਵਾਪਸ ਲੈ ਕੇ ਆਉਣਾ ਹੀ ਸੀ। ਸੋਚੋ ਬਾਂਸਲ ਸਾਹਿਬ, ਜੇ ਤੁਹਾਡਾ ਆਪਦਾ ਭਰਾ ਉੱਥੇ ਬੈਠਾ ਹੁੰਦਾ, ਤੁਸੀਂ ਉਹਨੂੰ ਬੁਲਾਉਂਦੇ, ਉਹਦਾ ਇਲਾਜ ਵੀ ਕਰਾਉਂਦੇ। ਪਰ ਗੱਲ ਇਹ ਆ, ਇਸ ਲੋਕਡਾਊਨ 'ਚ ਇਸ ਵੇਲੇ ਗਵਰਨਮੈਂਟ ਨੂੰ ਸਾਨੂੰ ਸਪੋਰਟ ਕਰਨੀ ਚਾਹੀਦੀ ਆ, ਸਾਨੂੰ ਚੰਗੀ ਗਵਰਨੈਂਸ ਦੇਣੀ ਚਾਹੀਦੀ ਆ। ਇਹ ਗਵਰਨਮੈਂਟ ਏਜੰਸੀਜ਼ ਜਾਂ ਐਡਮਿਨਿਸਟ੍ਰੇਟਿਵ ਏਜੰਸੀਜ਼, ਇਹ ਉਹਨਾਂ ਦਾ ਫੇਲੀਅਰ ਆ, ਹੋਰ ਕਿਸੇ ਦਾ ਫੇਲੀਅਰ ਨਹੀਂ ਆ। ਜਦੋਂ ਉਹ ਪਹਿਲੀ ਗੱਲ ਤਾਂ ਉੱਥੋਂ ਚੱਲੇ, ਉਦੋਂ ਉਹਨਾਂ ਤੱਕ ਕੋਈ, ਉਹਨਾਂ 'ਚ ਪੋਜ਼ਿਟਿਵ ਕੋਵਿਡ-19 ਪੋਜ਼ਿਟਿਵ ਨਹੀਂ ਸੀ, ਕੋਈ ਲੱਛਣ ਨਹੀਂ ਸੀ। ਰਾਹ 'ਚ ਕੋਈ ਗੜਬੜ ਹੋਈ ਆ, ਉਹਨਾਂ ਨੂੰ ਇੰਦੌਰ 2 ਦਿਨ ਰੋਕਿਆ ਗਿਆ। ਐਨੀਵੇਜ਼, ਗੜਬੜ ਕਿਸੇ ਨੇ ਜਾਣ ਕੇ ਨਹੀਂ ਕੀਤੀ, ਅਣਗਹਿਲੀ ਹੋਈ ਆ। ਜਦੋਂ ਅਣਗਹਿਲੀ ਹੋ ਗਈ ਤਾਂ ਇਸ ਟਾਈਮ ਜਦੋਂ ਉਹ ਆਏ, ਪਹਿਲਾਂ ਉਹਨਾਂ ਨੂੰ ਪੰਜਾਬ 'ਚ ਵੀ ਕੁਆਰੰਟਾਈਨ 'ਚ ਰੱਖਣਾ ਚਾਹੀਦਾ ਸੀ। ਇਹ ਕਾਮਨ ਸੈਂਸ ਸੀ, ਜਿਹਨੂੰ ਆਪਾਂ ਕਹਿੰਦੇ ਆ, ਇਹ ਕਿਸੇ ਵੀ ਨਾਰਮਲ ਬੰਦਾ ਵੀ ਇਸ ਗੱਲ ਨੂੰ ਸਮਝ ਸਕਦਾ ਵੀ ਉਹਨਾਂ ਨੂੰ ਘਰੋਂ ਘਰੀ ਨਾ ਭੇਜੋ। ਪਹਿਲਾਂ ਉਹਨਾਂ ਨੂੰ ਘਰੋਂ ਘਰੀ ਭੇਜਿਆ ਗਿਆ, ਉਸ ਤੋਂ ਬਾਅਦ ਬੁਲਾ ਕੇ ਤੁਸੀਂ ਉਹਨਾਂ ਦਾ ਟੈਸਟ ਕਰਦੇ ਹੋ 2 ਦਿਨਾਂ ਬਾਅਦ। ਇਟ ਮੇਕਸ ਨੋ ਸੈਂਸ then you are not breaking the chain has already gone further। so ਜਦੋਂ ਉਹ ਆਉਂਦੇ, ਉਹਨਾਂ ਦਾ ਕੋਵਿਡ-19 ਟੈਸਟ ਤੁਸੀਂ ਕਰੋ, ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਉਹ ਸਹੀ ਸਲਾਮਤ ਆ, ਤੰਦਰੁਸਤ ਆ, ਤਾਂ ਘਰੋਂ ਘਰੀ ਭੇਜ ਦਿਓ। ਜੇ ਨਹੀਂ ਆ ਤਾਂ ਉਹਨਾਂ ਨੂੰ ਕੁਆਰੰਟਾਈਨ 'ਚ ਰੱਖੋ। ਸੋ ਉਹਨਾਂ ਨੂੰ ਕੁਆਰੰਟਾਈਨ 'ਚ ਰੱਖਣਾ ਜਾਂ ਕੰਪਲਸਰੀ ਕੁਆਰੰਟਾਈਨ 'ਚ ਰੱਖੋ। 14 ਦਿਨਾਂ ਬਾਅਦ ਐਟਲੀਸਟ ਆਪਦੇ ਟਿਕਾਣਿਆਂ ਤੇ ਉਹ ਜਾ ਸਕਦੇ ਆ। ਬਿਕਾਜ਼ ਆਪਾਂ ਨੂੰ ਹਜੇ ਤੱਕ ਵੀ ਸ਼ੋਰ ਨਹੀਂ ਆ ਆਪਾਂ ਕਿੰਨੀ ਦੇਰ ਅੱਗੇ ਇਸ ਲੋਕਡਾਊਨ 'ਚ ਰਹਿਣਾ। ਸੋ ਮੈਂ ਇਹੀ ਗੱਲ ਕਹੂੰਗਾ, ਇਨਸਾਨੀਅਤ ਨੂੰ ਸਮਝੋ। ਗੱਲਾਂ ਇਹਨਾਂ ਧਰਮਾਂ ਤੋਂ, ਇਹਨਾਂ ਜਿਹੜੀਆਂ ਰਾਜਨੀਤਿਕ ਚੀਜ਼ਾਂ ਤੋਂ ਜਾਂ ਸਟੇਟਮੈਂਟਸ ਤੋਂ ਉੱਤੇ ਉੱਠ ਕੇ ਸੋਚੋ। ਜਿਹੜਾ ਮੀਡੀਆ, ਸਾਡਾ ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ, ਆਈ ਰੀਅਲੀ ਰਿਕੁਐਸਟ, ਤੁਸੀਂ ਆਪਦੀ ਰਿਸਪੌਂਸਿਬਿਲਿਟੀ ਨੂੰ ਸਮਝੋ। ਤੁਸੀਂ ਇਹ ਗੱਲ ਨਾ ਕਹੋ ਸਿੱਖ ਸ਼ਰਧਾਲੂਆਂ ਨੇ ਕਰੋਨਾ ਫੈਲਾਇਆ, ਕਿੱਡੀ ਮਾੜੀ ਗੱਲ ਆ ਇਹ। ਕਿਸੇ ਸਿੱਖ ਸ਼ਰਧਾਲੂ ਨੇ ਕਰੋਨਾ ਜਾਣ ਕੇ ਨਹੀਂ ਫੈਲਾਇਆ, ਕਿਸੇ ਸਿੱਖ ਸ਼ਰਧਾਲੂ ਨੂੰ ਕਰੋਨਾ ਜਾਣ ਕੇ ਨਹੀਂ ਹੋਇਆ। ਕਿਸੇ ਦੀ ਕੋਈ ਸਾਜ਼ਿਸ਼ ਨਹੀਂ ਆ, ਅਣਗਹਿਲੀ ਆ, ਪੂਅਰ ਗਵਰਨੈਂਸ ਆ, ਪੂਅਰ ਐਡਮਿਨਿਸਟ੍ਰੇਸ਼ਨ ਆ, ਪੂਅਰ ਪਾਲਿਸੀ ਮੇਕਿੰਗ ਆ। ਦੈਟਸ ਵਾਟ ਇਟ ਇਜ਼। ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ, ਦੇਖੋ ਮੇਰੇ ਇਹ ਬਹੁਤ ਖਟਕਦੀ ਆ, ਇਹ ਜ਼ਿਹਨ 'ਚ, ਮੇਰੇ ਦਿਮਾਗ 'ਚ ਖਟਕਦੀ ਆ। ਜਦੋਂ ਸਾਡੇ ਇੱਕ ਪਟਿਆਲੇ ਨਿਹੰਗ ਸਿੰਘ ਨੇ ਇੱਕ ਪੁਲਿਸ ਆਫਿਸਰ ਦਾ ਹੱਥ ਵੱਢਿਆ, ਉਹ ਹੀਟ ਆਫ ਦਾ ਮੋਮੈਂਟ 'ਚ ਗੱਲ ਹੋਈ, ਉਦੋਂ ਵੀ ਇਹੀ ਧਰਮ ਤੇ ਆ ਕੇ ਗੱਲ ਟਿਕਾਈ ਇਹਨਾਂ ਨੇ। ਉਦੋਂ ਵੀ ਮੈਂ ਇਹੀ ਗੱਲ ਕਹੀ ਸੀ, ਇਹ ਇੱਕ ਕਿਸੇ ਇਨਸਾਨ ਨੂੰ ਗੁੱਸਾਇਆ, ਉਹਨੇ ਕਿਸੇ ਆਪਦੇ ਐਕਸ਼ਨ ਦੇ ਲਈ ਉਹ ਗੁੱਸਾ ਉਹ ਤੋਂ ਆਪੇ ਤੋਂ ਬਾਹਰ ਹੋ ਗਿਆ ਤੇ ਉਹਨੇ ਇੱਕ ਫਲਾਨਾ ਕੰਮ ਕਰਤਾ। ਹਾਲਾਂਕਿ ਉਸ ਵੇਲੇ ਅਸੀਂ ਪੁਲਿਸ ਦੇ ਨਾਲ ਖੜੇ, ਪੁਲਿਸ ਵਾਲਿਆਂ ਨੂੰ ਇਹ ਕਿਹਾ that is really unfortunate what has happened। ਮੈਂ ਸਪੈਸ਼ਲੀ ਲਾਈਵ ਹੋ ਕੇ ਆਪਦੇ ਬੰਦਿਆਂ ਨੂੰ ਵੀ ਕਿਹਾ ਵੀ ਸਾਨੂੰ ਇੰਟਰਸਪੈਕਸ਼ਨ ਦੀ ਜ਼ਰੂਰਤ ਆ, ਪਰ ਪੁਲਿਸ ਨੂੰ ਵੀ ਕਿਰਦਾਰ ਦਿਖਾਉਣਾ ਚਾਹੀਦਾ ਸੀ।
ਉਹਨਾਂ ਬੰਦਿਆਂ ਨੂੰ ਤੁਸੀਂ ਰਿਮਾਂਡ ਲੈ ਕੇ ਕੁੱਟ ਕੇ ਉਹਨਾਂ ਨੂੰ ਨੰਗੇ ਸਿਰੀ ਬੁਰਾ ਹਾਲ ਕਰਕੇ ਉਹਨਾਂ ਨੂੰ ਕੋਰਟ 'ਚ ਪੇਸ਼ ਕਰਦੇ ਹੋ। ਤੁਹਾਡਾ ਜਿਹੜਾ ਕੈਰੈਕਟਰ ਤੇ ਸਵਾਲ ਵੀ ਉੱਠਦੇ ਆ। ਸੋ ਸਾਨੂੰ ਜਿਹੜੇ ਕੈਮਰਿਆਂ ਦੇ ਸਾਹਮਣੇ ਗੱਲਾਂ ਆ ਜਾਂਦੀਆਂ ਉਹ ਤਾਂ ਦਿਖਦੀਆਂ, ਜਦੋਂ ਕੈਮਰਿਆਂ ਦੇ ਪਿੱਛੇ ਥਾਣਿਆਂ 'ਚ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਤੇ ਕੋਈ ਸਵਾਲ ਨਹੀਂ ਕਰਦਾ। ਸੋ ਗੜਬੜ ਹਰ ਕਿਤੇ ਹੀ ਪਈ ਆ, ਗੜਬੜ ਸਮਾਜ 'ਚ ਵੀ ਆ, ਗੜਬੜ ਮੇਰੇ ਖਿਆਲ 'ਚ ਸਾਡੇ ਐਡਮਿਨਿਸਟ੍ਰੇਸ਼ਨ ਯੂਨਿਟਸ 'ਚ ਵੀ ਆ। ਤਾਂ ਇਸੇ ਗੜਬੜ ਨੂੰ ਤਾਂ ਸੰਭਾਲਣਾ, ਇਸੇ ਕਰਕੇ ਐਜੂਕੇਸ਼ਨ ਜ਼ਰੂਰੀ ਆ, ਇਸੇ ਕਰਕੇ ਝੋਟੇ ਕੁੱਟ ਪੈਦਾ ਕਰਨੇ ਬੰਦ ਕਰੋ ਐਂਡ ਚੀਜ਼ਾਂ ਨੂੰ ਇੱਕ ਬਾਕਸ ਤੋਂ ਬਾਹਰ ਮੇਰੇ ਖਿਆਲ 'ਚ always think outside the box, consider the other side both the aspects, consider both the aspects always and try to understand it critically. So critically ਜੇ ਆਪਾਂ ਚੀਜ਼ਾਂ ਨੂੰ ਦੇਖੀ ਜਾਂ critically ਆਪਾਂ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹੀ ਗੱਲ ਆ ਵੀ ਕੋਈ ਧਰਮ ਕਿਸੇ ਦੇ ਲਈ ਮਾੜਾ ਨਹੀਂ ਆ, ਕੋਈ ਵੈਰ ਨਹੀਂ ਸਿਖਾਉਂਦਾ। ਤੁਸੀਂ ਧਰਮਾਂ ਨਾਲ ਜੋੜ ਕੇ ਨਿਊਜ਼ ਦੇਣੀਆਂ ਬੰਦ ਕਰੋ, ਲੋਕਾਂ ਨੂੰ ਧਰਮਾਂ ਦੇ ਵਿੱਚ ਵੰਡਣਾ ਬੰਦ ਕਰੋ। ਮੀਡੀਆ ਵਾਲਿਓ ਤੁਹਾਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ, ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ, ਸਿਰਫ ਗੱਲ ਹੋਣੀ ਚਾਹੀਦੀ ਆ, ਇਨਸਾਨੀਅਤ ਦੀ ਤੌਰ ਤੇ ਗੱਲ ਹੋਣੀ ਚਾਹੀਦੀ ਆ। ਜੇ ਕੋਈ ਕਰੋਨਾ ਪੋਜ਼ਿਟਿਵ ਆ ਗਿਆ ਜਾਂ ਕੋਈ ਕੋਵਿਡ-19 ਪੋਜ਼ਿਟਿਵ ਆ ਗਿਆ ਤਾਂ ਉਹਨੂੰ ਇਨਸਾਨ ਦੀ ਤਰ੍ਹਾਂ ਹੀ ਦੇਖੋ, ਉਹਨੂੰ ਉਵੇਂ ਹੀ ਦੇਖੋ। ਹੋ ਸਕਦਾ ਤੁਹਾਡਾ ਕੋਈ ਫੈਮਿਲੀ ਮੈਂਬਰ ਹੋਵੇ ਜਾਂ ਇਹ ਦੇਖੋ ਉਹਨਾਂ ਦੇ ਫੈਮਿਲੀ ਤੇ ਕੀ ਬੀਤਦੀ ਹੋਊਗੀ ਜਦੋਂ ਜਿਨ੍ਹਾਂ ਦੇ ਬੰਦੇ ਬਿਮਾਰ ਹੋਣਗੇ। ਜੇ ਤੁਹਾਡਾ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ, ਤੁਸੀਂ ਇਹ ਗੱਲ ਮਨਜ਼ੂਰ ਕਰੋਗੇ ਵੀ ਜੋ ਜਿਸ ਤਰ੍ਹਾਂ ਦੀ ਨੈਗੇਟਿਵਿਟੀ ਫੈਲਾਈ ਜਾ ਰਹੀ ਆ। ਸੋ ਮੈਨੂੰ ਬੜੀ ਖੇਜ ਆਉਂਦੀ